ਦੁਖ ਨਿਕੰਦਨ ਗੁਰੂ ਅਮਰਦਾਸ ਜੀ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ, ਹਰ ਗੋਬਿੰਦ ਸ਼ੁਭ ਸੁਮਤ ਪਰ ਕਾਸਕ। ਸ੍ਰੀ ਹਰਿ ਰਾਏ ਜੀ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਵੋ। ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮ ਕਿਰਪਾਲਾ ਜੀ, ਪਰਮ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ, ਜਹ ਡਿਠੇ ਮਨ ਧੀਰੀਐ। ਕਿਲ ਵਿਖ ਵੰਜਨ ਦੂਰੇ, ਸੋ ਕਿਉ ਵਿਸਰੈ ਮਾਉ ਮੈਂ। ਜੋ ਰਹਿਆ ਭਰਪੂਰੇ, ਸੋ ਕਿਉ ਵਿਸਰੈ ਮਾਉ ਮੈਂ। ਜੋ ਰਹਿਆ ਭਰਪੂਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਣ ਕਰਤੇ ਪ੍ਰਭ ਸੋ ਰਖ ਧਿਆਨ। ਪਰਮ ਸਨਮਾਨ ਆਵਰ साहिब कमाल बारगहे नायत के मालक, कलयुगी जीवों के उद्धार करता, साहिब सहाबा जोत रूप सब हार आप। महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमयी नायतमयी श्री चरण कमलां च विराजमान गुरु प्यारी साध संगत। गुरुदेव जी की महान इनायत का सदका साढ़े सारियां दे सिर ते मेहरमतमई रखे हथ का सदका जीवन का अज का दिन भी प्राप्त होया। और इस नवे दिन की जो नवे जन्म समान है शाम अजीज़ुल नवाज गनीमुल खराज पातशाह गुरु गोबिंद सिंह साहिब जी दे चरण कमलों की खाक दे नाम करना नसीब होया। सतगुरु जी दे दर तो निवाजे हुए कीर्तनियां तो सोदर चौंकी दे गायन, फिर हर कीरत हमरी रहराज साहिब जी के पाठ, आरती आरता जी के गायन, अरदासां बेनतियां जोदड़ियां, फिर साहिब जी दे हुक्मनामे आपने प्रेम सहित झोली च पवाए हैं।
ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀਆਂ ਜੀਵਨ ਕਥੜੀਆਂ, ਮਹਾਨ ਅੰਮ੍ਰਿਤ ਜੀਵਨ ਗਾਥਾਵਾਂ ਰਾਹੀਂ, ਉਪਦੇਸ਼ ਤੇ ਸੰਦੇਸ਼ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ, ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਪੇਸ਼ਤਰ, ਰੱਬੀ ਸਿੰਘਾਸਣ ਤੇ ਬਿਰਾਜਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਤੱਖ ਦੀਦਾਰ ਤੇ ਨਮਸਕਾਰ ਕਰਦਿਆਂ ਗੁਰੂ ਕੀ ਪਾਵਨ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੱਕ ਆਪ ਨੇ ਸਰਵਣ ਕੀਤਾ ਕਿ ਦਿੱਲੀ ਦੇ ਬਾਦਸ਼ਾਹ ਦੀ ਸੈਨਾ ਵਿੱਚ ਇੱਕ ਮਹਾਰਾਜ ਜੀ ਦਾ ਪਿਆਰਾ ਗੁਰਸਿੱਖ ਹੈਗਾ ਸੀ, ਜਿਸ ਦਾ ਨਾਮ ਭਾਈ ਆਡਿਤ ਸੋਇਨੀ ਕਰਕੇ ਆਇਆ ਹੈ। ਇਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਹਾਜ਼ਰ ਹੋਇਆ। ਸਤਿਗੁਰੂ ਜੀ ਦੇ ਚਰਨ ਕਮਲਾਂ 'ਤੇ ਸੀਸ ਰੱਖਿਆ ਤੇ ਅੱਗੋਂ ਮਹਾਰਾਜ ਨੂੰ ਪ੍ਰਾਰਥਨਾ ਕੀਤੀ। ਆਖਿਆ, ਹੇ ਗੁਰੂ ਪਿਤਾ, ਸਾਡੀ ਕਿਰਤ ਵਿਰਤ ਸ਼ਸਤਰਾਂ ਦੇ ਵਿੱਚ ਰਹਿੰਦੀ ਹੈ ਸਦਾ। ਛੋਟੀਆਂ ਮੋਟੀਆਂ ਜੰਗਾਂ ਵਿੱਚ ਸ਼ਾਮਲ ਹੋਣਾ ਪੈਂਦਾ, ਕਿਧਰੇ ਸਾਨੂੰ ਕਿਧਰੇ ਕਿਸੇ ਦੇ ਅੰਗ ਸਾਡੇ ਕੋਲੋਂ ਭੰਗ ਹੋ ਜਾਂਦੇ ਹਨ। ਮਹਾਰਾਜ ਕਈ ਦਫਾ ਜੰਗ ਵਿੱਚ ਲੜਦਿਆਂ ਹੋਇਆਂ ਆਪਣੇ ਪ੍ਰਾਣ ਬਚਾਉਣ ਲਈ ਦੂਜੇ ਸੂਰਮੇ ਦੇ ਪ੍ਰਾਣ ਲੈਣੇ ਵੀ ਪੈਂਦੇ ਹਨ। ਤੇ ਮਹਾਰਾਜ ਹਰ ਵੇਲੇ ਨੇਤਰਾਂ ਦੇ ਸਾਹਮਣੇ ਉਹੀ ਚੱਲਦਾ ਰਹਿੰਦਾ, ਯੁੱਧ ਚੱਲਦਾ ਰਹਿੰਦਾ, ਸ਼ਸਤਰ ਚੱਲਦੇ ਰਹਿੰਦੇ। ਬਾਜ਼ਾਰ ਵਿੱਚ ਚਲਦਿਆਂ ਹੋਇਆਂ ਕੋਈ ਕੀਮਤੀ ਸ਼ਸਤਰ ਦਿਖਾਈ ਪੈ ਜਾਏ, ਮਨ ਲਾਲਚ ਵਿੱਚ ਆ ਜਾਂਦਾ ਕਿ ਇਹ ਮੇਰੇ ਕੋਲ ਹੋਵੇ। ਹਰ ਵੇਲੇ ਸੁਰਤ ਸ਼ਸਤਰਾਂ 'ਚ ਰਹਿੰਦੀ। ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਕਲਿਆਣ ਕਿਵੇਂ ਹੋ ਸਕਦਾ ਹੈ? ਕਿਸ ਤਰ੍ਹਾਂ ਮੇਰਾ ਉਧਾਰ ਹੋ ਸਕਦਾ ਹੈ? ਕਿਰਪਾ ਕਰੋ ਉਪਦੇਸ਼ ਬਤਾਏ, ਸ੍ਰੀ ਅਰਜਨ ਤਬ ਸੁਮਤ ਬਤਾਈ। ਸਾਹਿਬ ਮਹਾਰਾਜ ਜੀਆਂ ਨੇ ਜਦ ਇਸਨੇ ਸਵਾਲ ਕੀਤਾ, ਜਿਮ ਉਧਾਰ ਹਮਰੋ ਹੋਏ ਜਾਏ, ਕਿਰਪਾ ਕਰੋ ਉਪਦੇਸ਼ ਬਤਾਏ। ਮਹਾਰਾਜ ਐਸਾ ਉਪਦੇਸ਼ ਝੋਲੀ 'ਚ ਪਾਓ, ਐਸੀ ਜੀਵਨ ਜੁਗਤ ਝੋਲੀ 'ਚ ਪਾਓ ਕਿ ਮੇਰਾ ਵੀ ਕਲਿਆਣ ਹੋ ਜਾਵੇ, ਮੇਰਾ ਉਧਾਰ ਹੋ ਜਾਏ, ਮੈਂ ਆਪਣਾ ਜੀਵਨ ਸਫਲ ਕਰ ਲਵਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਮਤ ਪ੍ਰਦਾਨ ਕੀਤੀ। ਆਖਿਆ, ਧਰਮ ਜੁਧ ਕੀਜੈ ਤ੍ਰਿਤ ਪਾਈ। ਐ ਮੇਰੇ ਪਿਆਰੇ ਆਡਿਟ ਪੁਰਖਾ, ਜਿਹੜਾ ਜੀਵਨ ਵਿੱਚ ਯੁੱਧ ਕਰਨਾ, ਧਰਮ ਦਾ ਯੁੱਧ ਕਰਨਾ। ਐਵੇਂ ਨਹੀਂ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਬੜੇ ਲੋਕੀ ਝੂਠੇ ਮੁਕੱਦਮੇ ਕਰੀ ਫਿਰਦੇ ਨੇ, ਫਿਰ ਹਾਰ ਜਾਂਦੇ ਨੇ। ਚੱਲ ਇੱਥੋਂ ਕੋਈ ਰਿਸ਼ਵਤ ਦੇ ਕੇ, ਕੋਈ ਸੌਰਸ ਲਗਾ ਕੇ, ਕੋਈ ਵਕੀਲ ਕਰਕੇ, ਕੋਈ ਢੰਗ ਤਰੀਕਾ ਅਪਣਾ ਕੇ ਕਈ ਵਾਰੀ ਕੁਝ ਲੋਕ ਸਫਲ ਵੀ ਹੁੰਦੇ ਦਿਖਾਈ ਪੈਂਦੇ। ਪਰ ਪਾਰ ਬ੍ਰਹਮ ਪਰਮੇਸ਼ਰ ਦੀ ਅਦਾਲਤ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵਖ ਕੱਢੇ ਜਜ਼ਮਾਲਿਆ। ਉੱਥੇ ਸੱਚੋ ਹੀ ਸੱਚ ਨਿਬੜੇ। ਮਾਨਸਾਂ ਕਿਆ ਦਿਬਾਣੋ, ਕੋਈ ਨਸ ਭੱਜ ਨਿਕਲੇ, ਹਰ ਕੇ ਦਿਬਾਣੋ ਕੋਈ ਕਿੱਥੇ ਜਾਇਆ। ਉਹਦੇ ਘਰ ਵਿੱਚ ਜਦ ਮਨੁੱਖ ਪਾਰ ਬ੍ਰਹਮ ਪਰਮੇਸ਼ਰ ਦੀ ਰਜ਼ਾ ਹੈ, ਇੱਛਾ ਹੈ, ਨਾ ਪਕੜੇ ਤੇ ਨਾ ਪਕੜੇ। ਪਰ ਜੇ ਪਕੜ ਲਏ ਤੇ ਫਿਰ ਕਰੋੜਾਂ ਜਨਮਾਂ ਤੱਕ ਮਨੁੱਖ ਛੁੱਟ ਨਹੀਂ ਸਕਦਾ। ਉਸ ਦੇ ਘਰ ਵਿੱਚ ਇਸ ਤਰ੍ਹਾਂ ਦਾ ਨਿਆਂ ਵੀ ਹੈ ਔਰ ਇਸ ਤਰ੍ਹਾਂ ਦੀ ਦਇਆ। ਨਿਆਂ ਤੇ ਦਇਆ ਦੋਵੇਂ ਹੀ ਹੈਗੀਆਂ। ਦਇਆ ਮਿਲਦੀ ਹੈ ਸਤਿਗੁਰੂ ਜੀ ਦਾ ਉਪਦੇਸ਼ ਕਮਾਉਣ ਨਾਲ। ਮਹਾਰਾਜ ਜੀ ਨੇ ਸ਼ੁੱਧ ਉਪਦੇਸ਼ ਪ੍ਰਦਾਨ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਉਪਦੇਸ਼ ਹੀ ਮਿਲਦਾ ਹੈ, ਉਪਦੇਸ਼ ਹੀ ਪ੍ਰਾਪਤ ਹੁੰਦਾ ਹੈ। ਹੁਣ ਸਾਨੂੰ ਕੀ ਮਿਲ ਰਿਹਾ ਹੈ? ਇਹਨਾਂ ਬਚਨਾਂ ਰਾਹੀਂ ਮਹਾਰਾਜ ਜੀ ਦਾ ਦੀਦਾਰ ਤੇ ਨਾਲੇ ਉਪਦੇਸ਼ ਮਿਲ ਰਿਹਾ ਹੈ ਵੀ ਇਹ ਕਰਨਾ, ਇਹ ਨਹੀਂ ਕਰਨਾ। ਹੱਥ ਵਿੱਚ ਤਲਵਾਰ ਹੋਵੇ, ਸ੍ਰੀ ਸਾਹਿਬ ਹੋਵੇ, ਪਰ ਕਿਸੇ ਦੇ ਪ੍ਰਾਣ ਲੈਣ ਦੀ ਭਾਵਨਾ ਨਾਲ ਨਾ ਹੋਵੇ, ਕਿਸੇ ਮਜ਼ਲੂਮ ਦੇ ਪ੍ਰਾਣਾਂ ਦੀ ਰਾਖੀ ਕਰਨ ਵਾਸਤੇ ਹੋਵੇ। ਬੜੇ ਸਿੰਪਲ ਸ਼ਬਦਾਂ ਜਿਸ ਦੀ ਵਿਆਖਿਆ ਹੈ, ਸ਼ਸਤਰ ਮਜ਼ਲੂਮ ਦੀ ਰੱਖਿਆ, ਜਰਵਾਣੇ ਦੀ ਭਖਿਆ। ਗੁਰੂ ਨਾਨਕ ਦੇ ਘਰ ਵਿੱਚ ਐਸਾ ਉਪਦੇਸ਼ ਮਿਲਦਾ, ਜੇ ਸਿੱਖ ਕਮਾ ਲਵੇ ਤਾਂ ਸਿੱਖ ਗੁਰੂ ਦਾ ਰੂਪ ਹੀ ਹੋ ਜਾਂਦਾ। ਅੱਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ 516 ਸਾਲਾ ਪ੍ਰਕਾਸ਼ ਦਿਵਸ ਹੈਗਾ। ਅੱਜ ਦੇ ਦਿਨ ਹੀ ਧੰਨ ਧੰਨ ਬਾਬਾ ਫੇਰੂ ਸਾਹਿਬ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਮੱਤੇ ਕੀ ਸਰਾਂ ਵਿੱਚ ਆਪ ਜੀ ਦਾ ਆਗਮਨ ਹੋਇਆ ਸੀ। ਇਹੀ ਦਿਨ ਸਣ ਮੈਂ ਅਰਜ਼ ਕਰਾਂ 1561 ਬਿਕਰਮੀ ਤੇ 1504 ਈਸਵੀ ਸੀ ਉਸ ਵੇਲੇ। ਅੱਜ 516 ਸਾਲ ਉਹਨਾਂ ਨੂੰ ਸੰਸਾਰ ਤੇ ਕਦਮ ਰੱਖਿਆ, ਉਸ ਯਾਦ ਦਾ 516 ਸਾਲ ਹੋ ਗਏ। ਤੇ ਮੈਂ ਅਰਜ਼ ਕਰਨਾ ਚਾਹੁੰਦਾ, ਉਹਨਾਂ ਨੂੰ ਭਾਵੇਂ ਜ਼ਿੰਦਗੀ ਵਿੱਚ ਬਥੇਰਾ ਮਾਣ ਮਿਲਿਆ ਪਿਤਾ ਫੇਰੂ ਦੇ ਕਰਕੇ, ਉਹਨਾਂ ਨੂੰ ਜਥੇ ਦਾ ਮੁਖੀ ਹੋਣ ਦੀ ਪਦਵੀ ਵੀ ਪ੍ਰਾਪਤ ਹੋਈ, ਜਵਾਲਾਮੁਖੀ ਦਾ ਉਹ ਸੰਗ ਲੈ ਕੇ ਵੀ ਜਾਂਦੇ ਰਹੇ। ਪਰ ਬਰਕਤਾਂ ਝੋਲੀ ਵਿੱਚ ਉਦੋਂ ਪਈਆਂ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਪ੍ਰਾਪਤ ਹੋਇਆ। ਉਪਦੇਸ਼ ਦਾ ਮਤਲਬ ਨਾਮ ਪ੍ਰਾਪਤ ਹੋਣਾ ਵੀ ਹੈ। ਮਨ ਉਚਾਟ ਰਹਿੰਦਾ ਸੀ ਬਈ ਜਾਂਦਾ ਹਾਂ ਹਰ ਸਾਲ ਜਥਾ ਲੈ ਕੇ, ਸੰਗ ਲੈ ਕੇ, ਲਾਟਾਂ ਜਗਾ ਕੇ ਆਉਂਦਾ ਹਾਂ, ਜੋਤਾਂ ਜਗਾ ਕੇ ਆਉਂਦਾ ਹਾਂ, ਗਾਉਂਦਾ ਹੋਇਆ ਭੇਟਾ ਜਾਂਦਾ, ਭੇਟਾ ਗਾਉਂਦਾ ਹੋਇਆ ਆਉਂਦਾ। ਸਾਰੇ ਕੰਮਕਾਰ ਛੱਡ ਕੇ ਜੋ ਕੁਝ ਤਿਲ ਫੁਲ ਹੁੰਦਾ ਨਾਲ ਲੈ ਕੇ ਜਾਂਦਾ ਹਾਂ, ਪਰ ਮਨ ਨੂੰ ਸਕੂਨ ਨਹੀਂ ਮਿਲਦਾ ਪਿਆ। ਮਨ ਜਿਹੜਾ ਉਸ ਆਨੰਦ ਦਾ ਅਨੁਭਵ ਨਹੀਂ ਕਰਦਾ ਪਿਆ। ਜੇਕਰ ਮਨੁੱਖ ਨੂੰ ਇਹ ਪਤਾ ਚੱਲ ਜਾਏ ਨਾ ਵੀ ਮੈਨੂੰ ਆਨੰਦ ਨਹੀਂ ਮਿਲ ਰਿਹਾ, ਤਾਂ ਵੀ ਗਨੀਮਤ ਸਮਝੋ ਉਸ ਦੀ ਸੁਰਤ ਚੱਲ ਪਈ ਹੈ, ਜਿਸ ਨੂੰ ਪਤਾ ਚੱਲ ਗਿਆ ਕਿ ਮਨ ਨਹੀਂ ਲੱਗ ਰਿਹਾ। ਉਸ ਨਾਲੋਂ ਤਾਂ ਬਹੁਤ ਦਰਜੇ ਬਿਹਤਰ ਹੈ ਜਿਸ ਨੂੰ ਅਜੇ ਪਤਾ ਹੀ ਨਹੀਂ ਕਿ ਮੇਰੀ ਸੁਰਤ ਕੀ ਹੈ, ਮੇਰਾ ਸਕੂਨ ਹੈ ਕਿ ਨਹੀਂ ਹੈ। ਉਹ ਪੱਥਰ ਦੀ ਤਰ੍ਹਾਂ ਬੇਹੋਸ਼ੀ ਵਿੱਚ ਹੀ ਕੰਮ ਕਰਦਾ ਪਿਆ। ਪੱਥਰਾਂ ਦੀ ਜ਼ਿੰਦਗੀ ਵਿੱਚ ਕੋਈ ਸ਼ਬਦਾਵਲੀ ਨਹੀਂ ਹੁੰਦੀ, ਕੋਈ ਸਾਂਝ ਨਹੀਂ ਹੁੰਦੀ, ਕੋਈ ਰਿਸ਼ਤੇਦਾਰੀ ਨਹੀਂ ਹੁੰਦੀ, ਕੋਈ ਨੇੜਤਾ ਨਹੀਂ ਹੁੰਦੀ। ਬਸ ਉਹਨਾਂ ਦਾ ਇੱਕੋ ਹੀ ਕੰਮ ਹੁੰਦਾ ਟਕਰਾ ਜਾਣਾ, ਜਿਹੜਾ ਮਰਜ਼ੀ ਹੋਵੇ ਉਸ ਨਾਲ ਟਕਰਾ ਜਾਣਾ, ਲੰਘਣ ਵਾਲੇ ਦੇ ਪੈਰਾਂ ਨੂੰ ਠੋਕਰ ਮਾਰਨੀ, ਟਕਰਾ ਜਾਣਾ। ਪੱਥਰ ਪੱਥਰ ਨਾਲ ਵੀ ਟਕਰਾਉਂਦਾ ਹੈ। ਉਹਨਾਂ ਦੀ ਜ਼ਿੰਦਗੀ 'ਚ ਇੱਕੋ ਹੀ ਭਾਸ਼ਾ ਹੈ ਟਕਰਾ ਜਾਣ ਦੀ। ਸੱਚ ਜਾਣਨਾ ਉਹਨਾਂ ਪੱਥਰ ਵਰਗੀ ਬਿਰਤੀ ਵਾਲਿਆਂ ਨਾਲੋਂ ਤੇ ਉਹ ਚੰਗਾ ਹੈ ਜਿਸ ਨੂੰ ਇਹ ਸਮਝ ਆਏ ਕਿ ਮੇਰੀ ਸੁਰਤ ਨਹੀਂ ਟਿਕਦੀ ਪਈ, ਮੇਰਾ ਮਨ ਨਹੀਂ ਟਿਕਦਾ ਪਿਆ, ਅੰਦਰੋਂ ਸਕੂਨ ਨਹੀਂ ਮਿਲਦਾ ਪਿਆ। ਬੜੇ ਮਨੁੱਖ ਦੂਜਿਆਂ ਦੀ ਟੋਕਾ ਟਾਕੀ ਕਰਨ ਲੱਗ ਪੈਂਦੇ ਨੇ ਵੀ ਫਲਾਣੇ ਨੇ ਇਹ ਕਹਿ ਦਿੱਤਾ, ਫਲਾਣਾ ਇਹ ਆਖਦਾ ਪਿਆ, ਫਲਾਣੇ ਨੇ ਇਹ ਕਰ ਦਿੱਤਾ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਉਹ ਕਹਿੰਦੇ ਇਸ ਤਰ੍ਹਾਂ ਤੇਰਾ ਸਕੂਨ ਗਵਾਚ ਜਾਏਗਾ, ਤੇਰੀ ਖੁਸ਼ੀ ਗਵਾਚ ਜਾਏਗੀ, ਪ੍ਰਸੰਨਤਾ ਗਵਾਚ ਜਾਏਗੀ। ਫਿਰ ਕੁਝ ਲੋਕਾਂ ਨੂੰ ਦੇਖੋ ਅਗਲੇ ਦੇ ਚੰਗੇ ਕੰਮ ਨੂੰ ਵੀ ਮਾੜਾ ਸਾਬਤ ਕਰਨ ਦਾ ਯਤਨ ਕਰਦੇ ਰਹਿੰਦੇ। ਆਪ ਨਾ ਦੇਹ ਚਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆਨੀ। ਉਹ ਸਤਿਪੁਰਖਾਂ ਦੀ, ਸ਼ਰੀਫ ਪੁਰਖਾਂ ਦੀ, ਇਮਾਨਦਾਰ ਪੁਰਖਾਂ ਦੀ ਨਿੰਦਾ ਕਰਦੇ ਰਹਿੰਦੇ। ਅਗਰ ਇੱਥੋਂ ਹੀ ਮਨੁੱਖ ਬਚ ਜਾਏ ਤੇ ਉਹਦਾ ਜਿਹੜਾ ਅਧਿਆਤਮਕ ਸਰਮਾਇਆ ਹੈ ਉਹ ਕਾਫੀ ਹੱਦ ਤੱਕ ਸੇਫ ਰਹਿ ਸਕਦਾ ਹੈ। ਸ਼ੁਭ ਗੁਣਾਂ ਦੀ ਦੌਲਤ ਬਚੀ ਰਹਿ ਸਕਦੀ ਹੈ।
बड़े सोहने कालम ने दो बोल आखे ने। कहंदा जो हंस रहेगा सो हंस रहा, जो हंस रहा है सो हंस रहेगा, जो रो रहा है सो रो रहेगा। सुकून कल्ब को खुदा खुदा कर, जो किसके होना है सो हो रहेगा। ਐਵੇਂ ਨਾ ਹਰ ਇੱਕ ਦੇ ਵਿਹੜੇ ਵਿੱਚ ਜਾ ਕੇ ਪੀੜਾ ਡਾਇਆ ਕਰ ਬਈ ਆਹ ਹੋ ਗਿਆ ਉਹ ਹੋ ਗਿਆ। ਕਈਆਂ ਦੀ ਆਦਤ ਹੁੰਦੀ ਹੈ ਬਈ ਅਗਲਾ ਮਕਾਨ ਪੇਂਟ ਕਰਾ ਰਿਹਾ ਨਾ ਤੇ ਉਹਦੇ ਘਰ ਮੰਜੇ ਤੇ ਬਹਿ ਜਾਣਗੇ, ਨਹੀਂ ਇਹ ਰੰਗ ਕਰਾ ਲੈਂਦੇ ਤੇ ਜ਼ਿਆਦਾ ਵਧੀਆ ਹੁੰਦਾ। ਭਈ ਦੱਸ ਰਹਿਣਾ ਉਹਨਾਂ ਨੇ, ਪਸੰਦ ਉਹਨਾਂ ਦੀ, ਪੈਸੇ ਉਹਨਾਂ ਦੇਣੇ, ਤੇਰੇ ਕੱਪੜੇ ਲਿਬੜਦੇ ਪਏ ਨੇ, ਤੂੰ ਐਵੇਂ ਹੀ ਵਿੱਚ ਘੜਮ ਚੌਧਰੀ ਬਣਦਾ ਪਿਆ। ਅਗਲੇ ਦੇ ਚੰਗੇ ਕੰਮ ਨੂੰ ਮਾੜਾ ਕਹਿਣਾ, ਮਕਾਨ ਦੀਆਂ ਨੀਹਾਂ ਭਰੀਆਂ ਤੇ ਕੋਈ ਆ ਗਿਆ, ਨਹੀਂ ਇਹ ਕਮਰਾ ਇੱਧਰ ਨੂੰ ਬਣਾਉਂਦੇ ਤੇ ਜ਼ਿਆਦਾ ਵਧੀਆ ਸੀ। ਬਈ 10 ਪਲਾਟ ਅਗਲੇ ਨੇ ਖਰੀਦਿਆ, ਭਰਤੀ ਅਗਲੇ ਨੇ ਪਾਈ, ਇੱਟਾਂ ਅਗਲੇ ਨੇ ਲਾਈਆਂ, ਮਟੀਰੀਅਲ ਉਸ ਦਾ ਖਰਚ ਹੋਇਆ, ਲੇਬਰਾਂ ਨੂੰ ਮਿਸਤਰੀਆਂ ਨੂੰ ਪੈਸੇ ਉਹਨੇ ਦੇਣੇ ਨੇ, ਤੇ ਤੂੰ ਐਵੇਂ ਨੱਕ ਮਰੋੜ ਕੇ ਕਹਿ ਦਿੱਤਾ ਵੀ ਇਹ ਕਰ ਲੈਣਾ ਸੀ। ਅਗਲੇ ਦੇ ਚੰਗੇ ਨੂੰ ਮਾੜਾ ਸਾਬਤ ਕਰਨਾ, ਇਹ ਮਨਮੁਖਤਾਈ ਵਾਲਾ ਸੁਭਾਅ ਹੈ। ਇਸ ਲਈ ਉਸ ਆਲਮ ਨੇ ਕਿਹਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕਿਸ ਕੇ ਹੋਣਾ ਹੈ ਸੋ ਹੋ ਰਹੇਗਾ। ਭਾਈ ਲਹਿਣਾ ਜੀ ਮਨ ਵਿੱਚ ਸੋਚਦੇ ਸਨ ਬਈ ਕਿਵੇਂ ਸਕੂਨ ਮਿਲੇ, ਕਿਵੇਂ ਮਨ ਸ਼ਾਂਤ ਹੋਵੇ। ਇੱਕ ਸਾਡੇ ਮਨ ਦੀ ਹੋਰ ਗਲਤ ਦਿਸ਼ਾ ਹੋ ਜਾਂਦੀ, ਅਸੀਂ ਸੋਚਦੇ ਹਾਂ ਬੜਾ ਧਨ ਹੋ ਜਾਏ, ਬੜੀਆਂ ਦੁਕਾਨਾਂ ਹੋ ਜਾਣ, ਮਾਰਕੀਟਾਂ ਦਾ ਮਾਲਕ ਹੋ ਜਾਵਾਂ। ਬੜਿਆਂ ਨੂੰ ਦੇਖਿਆ ਮਾਰਕੀਟਾਂ ਦੇ ਮਾਲਕ ਸਨ ਪਰ ਵਿਕ ਗਈਆਂ, ਹੁਣ ਪੱਲੇ ਕੱਖ ਵੀ ਨਹੀਂ ਰਿਹਾ। ਮਿਟੇ ਹੈ ਯਹਾਂ ਪਰ ਨਿਸ਼ਾਂ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ। ਇਸ ਲਈ ਮਾਣ ਨਾ ਕਰ, ਇਹ ਦੁਨੀਆ ਦੇ ਪਦਾਰਥ ਸਕੂਨ ਨਹੀਂ ਦਿਵਾਣਗੇ, ਸਗੋਂ ਤੇਰਾ ਸਕੂਨ ਗਵਾ ਦੇਣਗੇ। ਤੇ ਕੀਰਤਨ ਦੀ ਪੂਜਾ ਵੀ ਸਕੂਨ ਨਹੀਂ ਦਿਵਾਏਗੀ। ਮਨ ਵਿੱਚ ਉਦਾਸ ਸਣ, ਪਰੇਸ਼ਾਨ ਸਣ, ਬਈ ਕਿਵੇਂ ਮਨ ਨੂੰ ਖੁਸ਼ੀ ਮਿਲੇ। ਸਾਹਿਬ ਜੀ ਦੇ ਬੋਲ ਨੇ, ਗ੍ਰਹਿ ਚੰਦਨ ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ। ਇਤਨਾ ਵੱਡਾ ਅਮੀਰ ਹੋਵੇ ਕਿ ਘਰ ਵਿੱਚ ਚੰਦਨ ਦਾ ਬਾਗ ਹੋਵੇ, ਬਾਗ ਵੱਡਾ ਘਰ ਹੋਵੇ, ਤੇ ਸੋਨੇ ਦੀਆਂ ਦੀਵਾਰਾਂ ਹੋਣ, ਸੋਨਾ ਫਿਰਿਆ ਹੋਇਆ ਨਾ ਹੋਵੇ, ਸੋਨੇ ਦੀਆਂ ਦੀਵਾਰਾਂ ਹੋਣ, ਚੰਦਨ ਦੇ ਦਰਖਤਾਂ ਦੀ ਤਾਜ਼ੀ ਸੁਗੰਧੀ ਆ ਰਹੀ ਹੋਵੇ, ਤੇ ਹੀਰੇ ਮੋਤੀ ਜੜਤ ਪਲੰਗ ਤੇ ਆਦਿਕ ਹੋਵਣ। ਪਰ ਆਖਰੀ ਪੰਕਤੀ ਵਿੱਚ ਸਾਹਿਬ ਕਹਿੰਦੇ ਨੇ, ਬਿਨ ਹਰ ਨਾਮ ਨ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਨਾਮ ਤੋਂ ਬਿਨਾਂ ਪੁਰਖਾ ਮਨ ਦੀ ਸ਼ਾਂਤੀ ਨਹੀਂ ਹੈ। ਇਸ ਲਈ ਬੜੇ ਬੜੇ ਵਿਦਵਾਨਾਂ ਨੂੰ, ਬੜੇ ਬੜੇ ਧਨਵਾਨਾਂ ਨੂੰ, ਬੜੇ ਬੜੇ ਸੰਗੀਤਕਾਰਾਂ ਨੂੰ, ਬੜੇ ਬੜੇ ਕਾਰੋਬਾਰੀਆਂ ਨੂੰ ਤੜਪਦੇ ਹੋਏ ਦੇਖਿਆ ਜਾ ਸਕਦਾ। ਵੱਡੇ ਵੱਡੇ ਸਿੰਘਾਸਣਾਂ 'ਤੇ ਬੈਠੇ ਹੋਏ ਲੋਕਾਂ ਨੂੰ, ਦੁਖੀ ਤੇ ਬੇਦਾਰ ਲੋਕਾਂ ਨੂੰ ਦੇਖਿਆ ਜਾ ਸਕਦਾ, ਕਿਉਂਕਿ ਹਿਰਦੇ ਵਿੱਚ ਨਾਮ ਕੋਈ ਨਹੀਂ ਹੈਗਾ। ਉਹ ਸਕੂਨ ਨਹੀਂ ਬਣ ਰਿਹਾ ਸੀ ਭਾਈ ਲਹਿਣਾ ਜੀ ਨੂੰ, ਹਾਲੇ ਉਹ ਸੰਦੇਸ਼ ਤੇ ਉਪਦੇਸ਼ ਨਹੀਂ ਮਿਲਿਆ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਪਦੇਸ਼ ਦਿੱਤਾ, ਆਖਿਆ ਇਸ ਨਾਲ ਸੁਮਤ ਬਤਾਈ। ਸ੍ਰੀ ਅਰਜਨ ਤਬ ਸੁਮਤ ਬਤਾਈ, ਜੀਵਨ ਵਿੱਚ ਸੁਮਤ ਪ੍ਰਦਾਨ ਕਰ ਦਿੰਦਾ ਹੈ ਗੁਰੂ। ਭਾਈ ਲਹਿਣਾ ਦੁਕਾਨ ਤੇ ਬੈਠੇ ਸਨ, ਸੌਦਾ ਵੀ ਵੇਚਦੇ ਪਏ ਸਨ, ਤੇ ਇੱਕ ਭਾਈ ਜੋਧ ਨਾਮ ਦਾ ਸੱਜਣ ਉਹਨਾਂ ਦੀ ਦੁਕਾਨ ਤੇ ਆ ਗਿਆ ਤੇ ਬਾਣੀ ਪੜ੍ਹਦਾ ਪਿਆ ਸੀ। ਸ਼ਾਇਦ ਉਸ ਵੇਲੇ ਇਹ ਰੂਪ ਉਹਦੀ ਰਸਨਾ ਤੇ ਬੋਲ ਹੋਵਣਗੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵੰਦੇ, ਰਾਹ ਭੀੜੇ ਅੱਗੇ ਜਾਵਣਾ। ਨੰਗਾ ਦੋਜ਼ਖ ਚਾਲਿਆ, ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ।
ਭਾਈ ਲਹਿਣਾ ਜੀ ਦੇ ਨੇਤਰਾਂ 'ਚ ਜਲ ਆ ਗਿਆ ਸੀ। ਆਖਣ ਲੱਗੇ, ਉਹ ਜੋਧ, ਇਹ ਕੌਣ ਬਾਣੀ ਤੈਨੂੰ ਦੇ ਰਿਹਾ ਹੈ? ਇਹ ਕਿਹੜੇ ਬੋਲ ਕਹਿ ਰਿਹਾ ਹੈ? ਇਹ ਤੇ ਅੰਦਰ ਨੂੰ ਧੂ ਪਾ ਰਹੇ। ਤੇ ਭਾਈ ਲਹਿਣਾ ਕਹਿਣ ਲੱਗੇ, ਜੇ ਅੰਦਰ ਨੂੰ ਧੂ ਪਾ ਰਹੇ ਹਨ ਤੇ ਬੋਲ ਕਿਸ ਦੇ ਹਨ? ਭਾਈ ਜੋਧ ਨੇ ਆਖਿਆ, ਜੇ ਇਹ ਬੋਲ ਤੇਰੇ ਅੰਦਰ ਨੂੰ ਧੂ ਪਾ ਰਹੇ ਹਨ, ਤੇਰੇ ਅੰਦਰ ਕਸ਼ਸ਼ ਪੈਦਾ ਕਰ ਰਹੇ ਹਨ, ਫਿਰ ਇਹਦਾ ਮਤਲਬ ਹੈ ਤੈਨੂੰ ਗੁਰੂ ਨਾਨਕ ਬੁਲਾ ਰਹੇ ਹਨ। ਉਹ ਗੁਰੂ ਨਾਨਕ ਤੈਨੂੰ ਆਪਣੇ ਵੱਲ ਖਿੱਚਦੇ ਪਏ। ਇੱਕ ਵਾਰੀ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਮੇਰੇ ਕੋਲੋਂ ਫੋਨ ਕਾਲਾਂ ਗਿਣੀਆਂ ਨਹੀਂ ਜਾਂਦੀਆਂ, ਸੈਂਕੜੇ ਹੀ ਕਾਲਾਂ ਸੰਗਤਾਂ ਦੀਆਂ ਰੋਜ਼ ਆਉਂਦੀਆਂ ਨੇ ਬਈ ਸਾਨੂੰ ਪਟਨਾ ਸਾਹਿਬ ਤੋਂ ਜੋ ਤੁਸੀਂ ਕਥਾ ਦੀ ਸੇਵਾ ਕਰ ਰਹੇ ਹੋ, ਮਨ ਸ਼ਾਂਤ ਹੋ ਜਾਂਦਾ, ਠੰਡ ਪੈ ਜਾਂਦੀ ਹੈ, ਮਨ ਨੂੰ ਧੂ ਪੈਂਦੀ ਹੈ। ਤੇ ਸਾਰੇ ਸੁਣ ਲਓ ਭਾਈ ਕਾਲ ਕਰਨ ਵਾਲੇ, ਜੇ ਤੁਹਾਡੇ ਮਨ ਨੂੰ ਪਟਨਾ ਸਾਹਿਬ ਜੀ ਤੋਂ ਮਹਾਰਾਜ ਦੇ ਬੋਲ ਸੁਣ ਕੇ ਧੂ ਪੈਂਦੀ ਹੈ, ਤਾਂ ਇਹਦਾ ਮਤਲਬ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਪਟਨਾ ਸਾਹਿਬ ਯਾਦ ਕਰਦੇ ਪਏ ਨੇ, ਤੁਹਾਨੂੰ ਬੁਲਾਉਂਦੇ ਪਏ ਨੇ। ਭਾਈ ਲਹਿਣਾ ਜੀ ਨੂੰ ਭਾਈ ਜੋਧ ਨੇ ਆਖਿਆ, ਗੁਰੂ ਨਾਨਕ ਤੈਨੂੰ ਯਾਦ ਕਰ ਰਹੇ ਨੇ, ਗੁਰੂ ਨਾਨਕ ਤੈਨੂੰ ਬੁਲਾ ਰਹੇ ਨੇ। ਆਖਣ ਲੱਗੇ, ਅੱਛਾ ਮੈਂ ਦਰਸ਼ਨ ਕਰਨੇ ਨੇ। ਤੇ ਜਲਦੀ ਉਹ ਸਮਾਂ ਆ ਗਿਆ ਜਦ ਜਥਾ ਲੈ ਕੇ ਜਾਣਾ ਸੀ। ਤੇ ਪਤਾ ਚੱਲਿਆ ਕਰਤਾਰਪੁਰੋਂ ਹੀ ਲੰਘਦੇ ਪਏ ਆ, ਕਰਤਾਰਪੁਰ ਦੇ ਲਾਗੋਂ ਹੀ ਲੰਘਦੇ ਪਏ। ਤੇ ਭਾਈ ਲਹਿਣਾ ਜੀ ਰਾਤੋਂ ਰਾਤ ਘੋੜੀ ਤੇ ਸਵਾਰ ਹੋਏ ਤੇ ਆ ਗਏ ਕਰਤਾਰਪੁਰ। ਸਵੇਰੇ ਸਵੇਰੇ ਅੰਮ੍ਰਿਤ ਵੇਲਾ ਹੀ ਸੀ, ਅਜੇ ਚਿਹਰਿਆਂ ਦੀ ਪਛਾਣ ਨਹੀਂ ਹੋ ਰਹੀ ਸੀ, ਹਨੇਰਾ ਹੀ ਸੀ। ਤੇ ਭਾਈ ਲਹਿਣਾ ਬਾਹਰ ਖੂਹ ਤੇ ਪਹੁੰਚ ਗਏ, ਗੁਰੂ ਨਾਨਕ ਦੇ ਖੂਹ ਤੇ ਪਹੁੰਚ ਗਏ। ਤੇ ਉੱਥੇ ਇੱਕ ਬਜ਼ੁਰਗ ਅੱਗੇ, ਨੂਰਾਨੀ ਚਿਹਰੇ ਵਾਲਾ, ਅੰਤਾਂ ਦੀ ਮਸਤੀ ਜਿਹਦੇ ਨੇਤਰਾਂ ਵਿੱਚ ਸੀ, ਤੇ ਤਮਾਮ ਬਹਿਸ਼ਤਾਂ ਦੀਆਂ ਖੇੜੇ ਖੁਸ਼ੀਆਂ ਅਗੰਮੀ ਜਿਹਦੀ ਮੁਸਕਰਾਹਟ ਵਿੱਚ ਸਨ, ਉਹ ਸਾਹਮਣੇ ਬਜ਼ੁਰਗ ਦਿਖਾਈ ਪਏ। ਤੇ ਭਾਈ ਲਹਿਣਾ ਜੀ ਨੇ ਪੁੱਛਿਆ, ਆਖਿਆ, ਅਹੋ ਵੈ ਬਜ਼ੁਰਗਾ, ਮੈਂ ਕੋ ਗੁਰੂ ਨਾਨਕ ਕੇ ਘਰੇ ਕਾ ਰਾਹ ਦੱਸੀ ਛੱਡ, ਅਸਾਂ ਗੁਰੂ ਨਾਨਕ ਕੇ ਘਰੇ ਵੰਜਣਾ ਹੈ। ਜਨਮ ਸਾਖੀ ਦੇ ਬੋਲ ਨੇ। ਇੱਕ ਵਾਰੀ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਤੇ ਉਸ ਬਜ਼ੁਰਗ ਨੇ ਮੁਸਕਰਾ ਕੇ ਆਖਿਆ, ਆਖਣ ਲੱਗੇ, ਵੈ ਰਾਈਆ, ਤੇਰੇ ਤੋਂ ਪਹਿਲੇ ਬਹੁਤੇਰਿਆਂ ਕੋ ਰਾਹ ਦੱਸਿਆ ਹੈ, ਪਰ ਗੁਰੂ ਨਾਨਕ ਕੇ ਘਰੇ ਕੋਈ ਨਾ ਪਹੁੰਚਾ। ਭਾਈ ਲਹਿਣਾ ਜੀ ਨੇ ਫਿਰ ਤਰਲਾ ਕੀਤਾ, ਕਿਉਂ ਕਰ ਰਾਹ ਦੱਸ ਦੋ। ਤੇ ਉਸ ਨੂਰਾਨੀ ਚਿਹਰੇ ਵਾਲੇ ਖੁਮਾਰੀ ਅੰਤਾਂ ਦੀ, ਜਿਸ ਦੇ ਨੇਤਰਾਂ ਸੀ ਬਹਿਸ਼ਤਾਂ, ਜਿਸ ਦੀ ਮੁਸਕਰਾਹਟ ਲਈ ਤਰਸਦੀਆਂ ਨੇ, ਉਸ ਮਹਾਨ ਪੁਰਖ ਨੇ ਕਿਹਾ, ਪਹਿਲੇ ਆਪਣੇ ਘੋੜੀ ਕੀਆਂ ਵਾਗਾ ਮੈਂ ਕੋ ਪਕੜਾਏ। ਤੇ ਭਾਈ ਲਹਿਣਾ ਪਹਿਲੇ ਡਰੇ ਵੀ ਹੋਣਗੇ ਬਈ ਘੋੜੀ ਦੀਆਂ ਵਾਗਾਂ ਹੀ ਮੰਗਦਾ ਪਿਆ, ਕਿਤੇ ਘੋੜੀ ਦੌੜਾ ਕੇ ਹੀ ਨਾ ਲੈ ਜਾਏ, ਮੈਨੂੰ ਗਿਰਾ ਹੀ ਨਾ ਜਾਏ। ਪਰ ਫਿਰ ਮਨ ਤਕੜਾ ਕੀਤਾ, ਗੁਰੂ ਨਾਨਕ ਕੇ ਘਰੇ ਜਾਂਦਿਆਂ ਮੈਂ ਮਰ ਵੀ ਵੈਸਾ, ਤਾਂ ਵੀ ਭਲਾ ਹੀ ਥੀਵ ਸੀ। ਤੇ ਵਾਗਾਂ ਪਕੜਾ ਦਿੱਤੀਆਂ ਤੇ ਘੋੜੇ ਤੋਂ ਉਤਰਨ ਲੱਗੇ, ਘੋੜੀ ਤੋਂ ਉਤਰਨ ਲੱਗੇ ਭਾਈ ਲਹਿਣਾ। ਤੇ ਗੁਰੂ ਨਾਨਕ ਦੇਵ ਜੀ ਨੇ ਜਨਮ ਸਾਖੀ ਦੇ ਬੋਲ ਨੇ। ਆਖਣ ਲੱਗੇ, ਨਾ ਵੈ ਰਾਈਆ, ਘੋੜੀ ਤੇ ਨਾ ਹੀ ਉਤਰੇ, ਚਾਹ ਬੈਠਾ ਰਹੇ, ਅਸਾਂ ਤੈਨੂੰ ਗੁਰੂ ਨਾਨਕ ਕੇ ਘਰੇ ਲਈ ਵੰਡਦੇ ਹਾਂ। ਤੇ ਦਰਵਾਜ਼ੇ ਦੇ ਸਾਹਮਣੇ ਲੈ ਜਾ ਕੇ ਆਖਿਆ, ਇਹ ਗੁਰੂ ਨਾਨਕ ਦਾ ਘਰ ਹੈ। ਦਰਵਾਜ਼ਾ ਖਟਖਟਾਏ, ਭਾਈ ਲਹਿਣਾ ਘੋੜੀ ਤੋਂ ਉਤਰੇ, ਦਰਵਾਜ਼ਾ ਖਟਖਟਾਇਆ ਤੇ ਦਰਵਾਜ਼ਾ ਖੁੱਲਿਆ। ਤੇ ਕੀ ਦੇਖਦੇ ਨੇ, ਉਹੀ ਮਹਾਂਪੁਰਖ ਜਿਹੜੇ ਵਾਗ ਪਕੜ ਕੇ ਲਿਆਏ ਨੇ, ਉਹੀ ਅੰਦਰੋਂ ਆਉਂਦੇ ਪਏ ਨੇ। ਤੇ ਇਸਨੇ ਆਖਿਆ, ਅਸਾਂ ਗੁਰੂ ਨਾਨਕ ਕੋ ਮਿਲਣਾ ਹੈ। ਤੇ ਉਹੀ ਮਹਾਂਪੁਰਖ ਆਖਣ ਲੱਗੇ, ਵੈ ਪੁਰਖਾ, ਮੈਂ ਕੋਈ ਗੁਰੂ ਨਾਨਕ ਆਖਦੇ ਹਨ। ਇੱਕ ਵਾਰੀ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
महाराज निरा उपदेश नहीं दृढ़ कराउंदे, लै भी जाते ने, आप ही लै जाते ने, आप ही घर दिखाते ने, आप ही दरवाज़ा खड़काण दी जुगत प्रदान करते हैं, तो फिर आप ही मुस्कुरा के दर्शन देंदे। इहो जिहा गुरु अगर संसार ते कोई होया है, वो होर कोई अवतार पैगंबर औलिया कोई दिखाई नहीं पैंदा। अगर कोई इहो जिहा होया है जिहड़ा सेवक बन के घर आए सेवक नूं अपने सिंघासन तक लै जाए, वो केवल ते केवल गुरु नानक देव महाराज ने, होर कोई दिखाई नहीं पैंदा। ते पुछया तैंडा नाम की है? तो भाई जियां ने आख्या वै बाबा मैं को लैना आखदे हैं। ते आखण लगे फिर भला होए गया, जो लैणेदार होंदे ने सो घोड़ियां चढ़ आमदे ने, जो देणेदार होंदे ने अगों लैण वास्ते जांदे। तू लैना ते असां तेरा देना। ये गुरु उपदेश प्राप्त होया, फिर 7 साल सेवा की भाई लैणा जी। ते फिर सेवा दा सन्मान स्वामी ने किया, सिंघासन प्रदान कर दिता, परकरमा कीतियां। लैणे दी फिर आई है, नानका दोही खट्टी है, जोत ओहा जुगत साए, सह काया फेर पलटी है। आज गुरु बनने वाले तो बड़े ने, बहाने लभदे ने। हुण तुसीं देख लो है, मैं ही गुरमीत हाँ, मैं ही राम हाँ, मैं ही रहीम हाँ। कहंदा सी 2.5-3 करोड़ मेरे चेले ने। कोई जांदा मुलाकात करने वास्ते, पता लग गया भी है की है। कूड़ ठगी गुज्जी ना रहे, मुलम्मा पाज लह जाए। ते हुण कुरेना दे नाम ते ना जमानता मंगदा भी मैनूं परोल दे दिओ, भी किसी तरह मैं बाहर आ जावां। ते फिर जज ने कह दिता भी भावें सारी दुनिया बाहर चली जाए, तू नहीं जा सकता। वो अर्जी फिर खारज हो गई। मैं अर्ज करना चाहता हाँ, ये जे गुरु थानू बड़े मिल जाणगे, घर घर होए बहेंगे रामा, कोई न सरेगो किसी को कामा। जे पूर्ण पार ब्रह्म परमेश्वर जोत संसार ते आई है, उन्हां दा नाम धन गुरु नानक, धन गुरु गोबिंद सिंह महाराज है, जिन्हां दे चरनां च बैठे होए। अपने सिख दे नाल ने सदा, इकल्ले ना समझियो कदी अपने आप नूं। तुहाडा सब तो वड्डा नुकसान उदों ही होवेगा जदों ये समझ लोगे भी मेरे नाल गुरु नहीं हैगा, उदों नुकसान होएगा। ते बाकी जो मर्जी हो जाए, जे ये समझो भी गुरु नाल है, फिर मजाल है कोई नुकसान कर जाए। सानू कई बारी दिखदा नहीं है, असी सोचते हैं गुरु है नहीं। मैनू को उदाहरण चेते आ गई तो 1 मिनट विच मैं आपनू सरवण भी करा देंदा। एक बड़ा वड्डा साहूकार सी, उसने किते मंदिर विचों सुन लिया भी परमात्मा नाल होवे ते सब कुछ हुंदा है, ते आराधना करन लग पिया। सुपने च परमात्मा ने कहा, हाँ सेठा मैं तेरे नाल ही हैगा। उसने कहा, अच्छा इस तरह ते नहीं मैं मनदा। मैं जदों सवेरे समुंदर ते सैर करन जांदा, उदों तेरे पैरां दे निशान मेरे पैरां नाल दिखाई पैण, तां मैं मनांगा तू मेरे नाल है। ते परमात्मा ने हस के कहा, इंज कर लैंदे आ। वो रोज जाया करे ते पैरां दे नाल निशान नज़र आया कर, 2 अपने पैरां दे, 2 किसी होर दे पैरां दे। बड़ा मस्त होया, बड़ा चाह चढ़िया, बड़ा नच्चिया, बड़ा खुश होया कि वाह परमात्मा तू मेरे नाल है। पर किसी कारण करके ना घाटा पैण लग पिया। फिर हौली हौली फैक्ट्रियां जो सन, कारोबार घट गए, नौकर चाकर छड़ गए। एक दिन घर वाली ने भी कह दिता भी तू तो सब कुछ गवा दिता,
मैं तो मूर्ख सी जो तेनों विआह लिया, मैं भी चली वो भी चली गई। ते अज देखिया ते अजे भी खुश सी बई रब तो मेरे नाल हैगा ना, पैरां दे निशान आ रहे। 2-3 दिन बाद वो निशान भी दिखने बंद हो गए। बड़ा रोया, आख्या परमात्मा तू बड़ा अन्याय किया, जदों मेरे कोल धन सी, साजो समान सी, कारोबार चलते सन, उदों तू नाल सी, अज तू भी मैनू छड्ड गया है। फिर मेहनत की, फिर थोड़ा थोड़ा कारोबार बनया, फिर सब कुछ वापस आ गया। नौकरां ने भी माफियां मंग लईयां, घर वाली भी वापस आ गई भी मैं भुल गई सी। वो 2 पैर भी नाल दिखाई पैण लग पे। फिर रोया, आख्या परमात्मा तू तो लोकां वर्गा ही है। ए हुण करोना महामारी का समय है ना, लोकी सोचते हैं कि सब कुछ चला गया, कुछ भी नहीं रहा। जे परमात्मा नाल होवे सब कुछ मुड़ के आ जाएगा, कुछ भी नहीं जाएगा। आखण लगा दुख वेले तो तू भी साथ छड्ड गया। परमात्मा ने कहा नहीं, मैं तेरा साथ नहीं छड्डिया, तेनू भुलेखा है। आखण लगा इतना तो मैं समझदा, कोई भुलेखा नहीं, मैं खुद देखिया तेरे पैर मेरे पैरां दे नाल नहीं चल रहे सन, तेरे पैरां दे निशान मैनू नहीं दिख रहे सन। परमात्मा ने कहा ओ भोले पुरखा तू की कहता है, मेरे पैरां दे निशान नहीं दिख रहे सन। असल गल तां इह हैगी है, ਉਹ ਜਿਹੜੇ 2 ਪੈਰਾਂ ਦੇ ਸਿੰਗਲ ਪਰਸਨ ਦੇ ਨਿਸ਼ਾਨ ਦਿਖ ਰਹੇ ਸਨ, ਤੂੰ ਤਾਂ ਚੱਲਣ ਜੋਗਾ ਰਿਹਾ ਹੀ ਕੋਈ ਨਹੀਂ ਸੀ। ਤੈਨੂੰ ਮੈਂ ਗੋਦ ਵਿੱਚ ਲੈ ਕੇ ਚੱਲਦਾ ਰਿਹਾ, ਉਹ ਤੇਰੇ ਨਿਸ਼ਾਨ ਨਹੀਂ ਸਨ, ਉਹ ਮੇਰੇ ਨਿਸ਼ਾਨ ਸਨ। ਜੇ ਮੈਂ ਤੈਨੂੰ ਛੱਡ ਦਿੰਦਾ ਫਿਰ ਕਿੱਥੇ ਗੱਲ ਬਣਨੀ ਸੀ। ਤੇਰਾ ਕੋਈ ਕਰਮ ਸੀ ਅੱਗੇ ਆ ਗਿਆ ਤੇ ਮੈਂ ਗੋਦ ਵਿੱਚ ਚੁੱਕ ਕੇ ਤੈਨੂੰ ਬਚਾਇਆ। ਸਾਹਿਬ ਉਪਦੇਸ਼ ਦਿੰਦੇ ਨੇ, कहते ने घबरा ना गुरु मेरे संग सदा है नाले, सिमर सिमर ते सदा संभाले। गुरु ते सानू सुत्तियां नूं भी संभालदा है, सास सास संभालता मेरा प्रभ सोई। ये सतगुरु उपदेश देंदे ने, संदेश देंदे ने। हुण तक दा समा मैं श्री गुरु अंगद देव महाराज जी दे चरण कमलों च भेंट किया। ये पंक्ति सामने आ गई, महाराज सच्चे पातशाह आपे ही रस्ता कढ़ देंदे ने। महाराज जियां ने उपदेश दृढ़ कराया, संदेश दृढ़ कराया। आख्या गुरसिखा गुरु अनुसार चलेगा, गुरु अनुसार जीवेगा ते फिर खेड़ इस तरह बन जाएगी। ਇਹ ਸੰਦੇਸ਼ ਤੇ ਉਪਦੇਸ਼ ਦ੍ਰਿੜ ਕਰਾਇਆ ਹੈ। ਰਣ ਕਰਤੇ ਪ੍ਰਭ ਸੋ ਰਖ ਧਿਆਨ। ਮਹਾਰਾਜ ਕਹਿਣ ਲੱਗੇ ਭਾਈ ਗਾਡਟ ਸੋਏ ਨਹੀਂ, ਸਾਡੇ ਬਚਨ ਨੂੰ ਧਿਆਨ ਨਾਲ ਦ੍ਰਿੜ ਕਰ। ਸ੍ਰੀ ਅਰਜਨ ਤਬ ਸੁਮਤ ਬਤਾਈ ਤੇ ਸੁਮਤੇ ਦਰਸਾਈ, ਧਰਮ ਜੁਧ ਕੀਜੈ ਤ੍ਰਿਤ ਪਾਈ। ਰਣ ਕਰਤੇ ਪ੍ਰਭ ਸੋ ਰਖ ਧਿਆਨ। मैदाने जंग विच भी होर कोई दिखाई ना पवे, गुरु ही दिखाई पवे, परमात्मा ही दिखाई पवे। भाई कन्हैया जी का जंग विच जाना प्रवान हो गया। वैसे उत्थे हज़ारां ही सिख शहीद होए सन, थोड़ियां दे ही नाम मिलते ने, होर किसी का नाम नहीं मिलता। पर मैं अर्ज करा पानी पिलाण वाले का नाम मिलता है। ਉਹਦੇ ਕੋਲ ਕੋਈ ਹਥਿਆਰ ਤਾਂ ਨਹੀਂ ਹੈਗਾ, ਕੋਈ ਤੀਰ ਧਨੁਸ਼, ਕੋਈ ਸਾਂਗ, ਕੋਈ ਬਰਸਾ, ਕੋਈ ਜਵਾਲਾ ਬੰਮਣੀ ਤਾਂ ਨਹੀਂ ਹੈਗੀ। ਪਾਣੀ ਪਿਲਾ ਰਿਹਾ ਗੁਰੂ ਰੂਪ ਜਾਣ ਕੇ। ਮਹਾਰਾਜ ਕਹਿਣ ਲੱਗੇ ਜੰਗ ਕਰਦਿਆਂ ਹੋਇਆਂ ਵੀ ਧਿਆਨ ਪਰਮਾਤਮਾ ਵਿੱਚ ਬਣਿਆ ਰਹੇ, ਧਿਆਨ ਜਪ ਵਿੱਚ ਬਣਿਆ ਰਹੇ। ਸਾਰਾ ਸੰਸਾਰ ਜੰਗ ਵਾਂਗੂ ਹੀ ਹੈ। ਕਾਰੋਬਾਰ ਵਿੱਚ ਕਿਤਨਾ ਕੰਪੀਟੀਸ਼ਨ ਹੈ, ਜੰਗ ਨਹੀਂ ਤੇ ਹੋਰ ਕੀ ਹੈ। ਸਾਡੇ ਤੇ ਗੱਲ ਗੱਲ ਵਿੱਚ ਲੜਨਾ ਪੈ ਗਿਆ। ਇਲੈਕਸ਼ਨ ਹੁੰਦਾ ਹੈ ਨਾ, ਉਹ ਵੀ ਨਹੀਂ ਕਹਿੰਦੇ ਵੀ ਇਲੈਕਸ਼ਨ ਹੋ ਰਿਹਾ, ਕਹਿੰਦੇ ਇਲੈਕਸ਼ਨ ਲੜ ਰਹੇ ਨੇ, ਜੰਗ ਹੈ। ਰੋਜ਼ੀ ਰੋਟੀ ਇਕੱਠੀ ਕਰਨੀ ਜੰਗ ਸਮਾਨ ਹੈ।
ਤੇ ਮੈਂ ਅਰਜ਼ ਕਰਾਂ ਇਹ ਜੰਗ ਵਿੱਚ ਸਫਲਤਾ ਮਿਲ ਜਾਏਗੀ ਜੇ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਰਵੇ, ਧਿਆਨ ਰਵੇ, ਧਿਆਨ ਨਾ ਟੁੱਟ ਜਾਏ। ਹਾਂਜੀ। ਲਰੇ ਬਿਸਨ ਜਿਮ ਸਾਰੰਗ ਪਾਨ। ਪੁਰਾਤਨ ਦੇਵਤਿਆਂ ਦਾ ਹਵਾਲਾ ਦਿੰਦਿਆਂ ਜਿਵੇਂ ਵਿਸ਼ਨੂੰ ਜੀ ਹੱਥ ਵਿੱਚ ਤੀਰ ਕਮਾਨ ਲੈ ਕੇ ਲੜਦੇ ਹਨ। ਅਸੁਰਨ ਗਨ ਕੋ ਕੀਨ ਸੰਘਾਰ। ਜਿਵੇਂ ਉਹਨਾਂ ਨੇ ਰਾਖਸ਼ਾਂ ਦਾ ਸੰਘਾਰ ਕੀਤਾ ਸ੍ਰੀ ਵਿਸ਼ਨੂੰ ਜੀ ਨੇ, ਰਾਮ ਰੂਪ ਹੋ ਕੇ, ਕ੍ਰਿਸ਼ਨ ਰੂਪ ਹੋ ਕੇ ਉਹਨਾਂ ਨੇ ਰਾਖਸ਼ਾਂ ਦਾ ਸੰਘਾਰ ਕੀਤਾ। ਇਸ ਤਰ੍ਹਾਂ ਆਮ ਜੀਵਨ ਵਿੱਚ ਅਵਗੁਣਾਂ ਦਾ ਸੰਘਾਰ ਕਰਨਾ ਹੈ, ਝੂਠ ਬੋਲਣ ਦਾ ਸੰਘਾਰ ਕਰਨਾ ਹੈ, ਪਰਾਈ ਨਿੰਦਿਆ ਚੁਗਲੀ ਦਾ ਸੰਘਾਰ ਕਰਨਾ ਹੈ, ਪਰਾਏ ਰੂਪ ਨੂੰ ਦੇਖਣ ਦੀਆਂ ਬਿਰਤੀਆਂ ਦਾ ਸੰਘਾਰ ਕਰਨਾ ਹੈ। ਤੁਸੀਂ ਇਹ ਪੰਕਤੀਆਂ ਤਾਂ ਸੁਣਦੇ ਹੋਵੇ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਅਵਗੁਣਾਂ ਦੇ ਨਾਲ, ਦੁਸ਼ਪ੍ਰਭਾਵ ਦੇਣ ਵਾਲੀਆਂ ਬਿਰਤੀਆਂ ਦੇ ਨਾਲ। ਗਦਾ ਪਾਣ ਕੋ ਤਬ ਉਰ ਧਾਰ। ਧਰਮ ਯੁੱਧ ਵਿੱਚ ਉਹਨਾਂ ਨੇ ਗਦਾ ਧਾਰਨ ਕੀਤਾ, ਗਦਾ ਨਾਲ ਜੰਗ ਕੀਤਾ। ਸੰਕਟ ਦੇਹ ਗਰੀਬਨ ਜੋਏ। ਉਸਨੇ ਫਿਰ ਸਵਾਲ ਕੀਤਾ, ਮਹਾਰਾਜ ਧਰਮ ਯੁੱਧ ਕੀ ਹੈਗਾ? ਇਹ ਸੁਣ ਲੈਣਾ, ਜੀਵਨ ਸਫਲ ਹੋ ਜਾਏਗਾ। ਕਿਧਰੇ ਸੱਚੇ ਬੰਦੇ ਨਾਲ ਧੱਕਾ ਹੋ ਰਿਹਾ, ਉਹਦੇ ਨਾਲ ਖੜੇ ਹੋ ਜਾਣਾ, ਭਾਵੇਂ ਮੂੰਹੋਂ ਕੁਝ ਬੋਲਣਾ ਜਾਂ ਨਾ ਬੋਲਣਾ ਵੱਖਰੀ ਗੱਲ, ਉਹਦੇ ਨਾਲ ਖੜੇ ਹੋ ਜਾਣਾ। ਤੇ ਪਰਮਾਤਮਾ ਜਦੋਂ ਤੁਹਾਡੇ ਨਾਲ ਕੋਈ ਧੱਕਾ ਕਰਨ ਲੱਗੇਗਾ, ਪਰਮਾਤਮਾ ਖੁਦ ਆ ਕੇ ਤੁਹਾਡੇ ਨਾਲ ਖੜਾ ਹੋ ਜਾਏ। ਤੇ ਜੇ ਪਰਮਾਤਮਾ ਨਾਲ ਖੜਾ ਹੋ ਜਾਏ, ਤੁਹਾਡੇ ਵੱਲ ਹੋ ਜਾਏ, ਫਿਰ ਹਾਰ ਹੋ ਸਕਦੀ ਹੈ? ਮੇਰੇ ਸਾਹਿਬ ਕਹਿੰਦੇ ਨਹੀਂ ਹੋ ਸਕਦੀ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਉਹਦੀ ਹਾਰ ਉਹ ਹੋਣ ਨਹੀਂ ਦਿੰਦਾ, ਕਿਉਂਕਿ ਜੇ ਉਹਦੀ ਹਾਰ ਹੋ ਜਾਏ ਫਿਰ ਉਹ ਹਾਰ ਪਰਮਾਤਮਾ ਦੀ ਹਾਰ ਹੁੰਦੀ, ਤੇ ਪਰਮਾਤਮਾ ਨੂੰ ਕੌਣ ਹਰਾ ਸਕਦਾ ਹੈ? ਤਹ ਸੋ ਲਰਹੁ ਧਰਮ ਬਹੁ ਹੋਏ। ਉਸ ਗਰੀਬ ਲਈ ਲੜ ਲੈਣਾ, ਗਰੀਬ ਲਈ ਖੜ ਜਾਣਾ। ਸੂਰਾ ਸੋ ਪਹਿਚਾਨੇ ਹੈ ਜੋ ਲੜੈ ਦੀਨ ਕਹੇ। ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੈ ਖੇਤ। ਇਹਨਾਂ ਮੂੰਹਾਂ ਨੂੰ ਮੁਲਾਜ਼ੇ ਨਹੀਂ ਕਰਨੇ ਅਸੀਂ। ਅਜੋਕੇ ਸਮੇਂ ਵਿੱਚ ਬਹੁ ਗਿਣਤੀ ਲੋਕਾਂ ਦਾ ਸੁਭਾਅ ਬਣ ਗਿਆ ਮੂੰਹਾਂ ਨੂੰ ਮੁਲਾਜ਼ੇ। ਕਈਆਂ ਕੋਲ ਹੁੰਦਾ ਕੱਖ ਵੀ ਨਹੀਂ, ਐਵੇਂ ਚਾਪਲੂਸੀ ਕਰੀ ਜਾਣਗੇ, ਐਵੇਂ ਅਗਲੇ ਦੀ ਚਾਟੂਕਾਰਤਾ ਕਰੀ ਜਾਣਗੇ। ਮੈਂ ਬੜਾ ਜੀ, ਮੈਂ ਬੜਾ ਜੀ। ਮਹਾਰਾਜ ਹੱਸਦਿਆਂ ਹੋਇਆ ਕਹਿੰਦੇ ਨੇ, ਇਹ ਮਿੱਤਰ ਨਹੀਂ ਕਿਸੇ ਦਾ, ਆਪਣੇ ਲੋਭ ਕੋ ਕੀਨੋ ਮੀਤ। ਅੱਜ ਇਹਦਾ ਸਵਾਰਥ ਤੇਰੇ ਕੋਲੋਂ ਸਰਦਾ ਪਿਆ, ਤੇਰੇ ਪਿੱਛੇ ਫਿਰ ਰਿਹਾ। ਕੱਲ ਨੂੰ ਜਦੋਂ ਤੇਰੇ ਪਿੱਛੇ ਫਿਰਿਆ ਸਵਾਰਥ ਨਾ ਸਰਿਆ, ਫਿਰ ਹੋਰ ਕਿਸੇ ਦੇ ਪਿੱਛੇ ਫਿਰੇਗਾ। ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੇ, ਤਿਤ ਵੇਲੇ ਨੇੜੇ ਕੋਈ ਨਾ ਟੁਕਾਸਾ। ਮਜ਼ਾਲ ਹੈ ਕੋਈ ਲਾਗੇ ਲੱਗ ਜਾਏ। ਉਹੀ ਜਿਹੜੇ ਬੜੇ ਆਪਣੇ ਹੁੰਦੇ ਨੇ ਉਹੀ ਬੇਗਾਨੇ ਬਣ ਜਾਂਦੇ ਨੇ। ਇਸ ਲਈ ਸਾਹਿਬ ਕਹਿਣ ਲੱਗੇ, ਗਰੀਬ ਦੇ ਵਾਸਤੇ, ਧਰਮ ਦੇ ਵਾਸਤੇ ਜੰਗ ਕਰਨਾ ਇਹ ਧਰਮ ਜੰਗ ਹੈ, ਧਰਮ ਯੁੱਧ ਹੈ। ਜਿਸ ਕੋ ਲੂਣ ਖਾਏ ਤਿਸ ਹੇਤ। ਤੇ ਦੂਜੀ ਗੱਲ ਇਹ ਹੈ ਭਾਈ ਆਡਟ, ਜਿਹਦਾ ਲੂਣ ਖਾਣਾ ਹੈ, ਜੋ ਸਵਾਮੀ, ਜਿਹਦੇ ਕਰਕੇ ਰਿਜ਼ਕ ਚੱਲਦਾ, ਉਹ ਭਾਵੇਂ ਕੋਈ ਹੋਵੇ, ਜਿਹਦੇ ਕਰਕੇ ਜੋ ਬਾਇਸ ਬਣਿਆ। ਜਿਵੇਂ ਸਾਨੂੰ ਜਿਸ ਭਾਂਡੇ 'ਚ ਭੋਜਨ ਮਿਲਦਾ ਉਹ ਭਾਂਡਾ ਅਸੀਂ ਸਾਫ਼ ਕਰਦੇ ਹਾਂ। ਭੋਜਨ ਪਰਮਾਤਮਾ ਦਾ ਹੀ ਹੈ, ਪਰ ਮਿਲਿਆ ਭਾਂਡੇ ਵਿੱਚ ਨਾਮ ਹੋ ਜਾਂਦਾ ਹੈ। ਜਿਵੇਂ ਪਾਣੀ ਪਰਮਾਤਮਾ ਦਾ ਹੀ ਹੈ, ਪਰ ਨਾਮ ਘੜੇ ਦਾ ਹੋ ਜਾਂਦਾ, ਨਾਮ ਖੂਹ ਦਾ ਹੋ ਜਾਂਦਾ, ਨਾਮ ਦਰਿਆ ਦਾ ਹੋ ਜਾਂਦਾ। ਭਈ ਇਹਦਾ ਇਹ ਬੋਤਲ ਦੇ ਪਾਣੀ ਦਾ ਨਾਮ ਹੋ ਜਾਂਦਾ, ਵੀ ਇਹ ਕੰਪਨੀਆਂ ਬਣੀਆਂ ਹੋਈਆਂ ਜਿਹੜੇ ਆ ਮਿਨਰਲ ਵਾਟਰ ਵੇਚਦੀਆਂ ਨੇ, ਨਾਮ ਹੋ ਜਾਂਦਾ। ਇਸ ਤਰ੍ਹਾਂ ਜਿਹਦੇ ਰਾਹੀਂ ਤੁਹਾਨੂੰ ਲੰਗਰ ਮਿਲਦਾ ਹੈ, ਭੋਜਨ ਮਿਲਦਾ ਹੈ, ਰੁਜ਼ਗਾਰ ਮਿਲਦਾ ਹੈ,
ਜਿਹਦਾ ਨਮਕ ਖਾਂਦੇ ਹਾਂ। ਪੀਠ ਨਾ ਦੀਜਹਿ ਜਬਰਨ ਖੇਤ। ਤੇ ਉਸ ਤੇ ਜਦੋਂ ਮਾੜਾ ਸਮਾਂ ਬਣੇ ਤੇ ਪਿੱਠ ਨਾ ਦੇਣੀ, ਇਹ ਧਰਮੀ ਸੂਰਮਾ ਹੁੰਦਾ ਹੈ। ਸੁਆਮੀ ਕਾਰਜ ਹਿਤ ਦੇ ਪ੍ਰਾਨ। ਤੇ ਜਿਹੜਾ ਆਪਣੇ ਸੁਆਮੀ ਦੀ, ਜਿਸ ਦੁਆਰਾ ਉਸ ਨੂੰ ਰਿਜ਼ਕ ਮਿਲ ਰਿਹਾ, ਭੋਜਨ ਮਿਲ ਰਿਹਾ, ਜਿਸ ਦਾ ਨਮਕ ਖਾਂਦਾ ਪਿਆ ਹੈ, ਜਿਹੜਾ ਉਸ ਵਾਸਤੇ ਉਹਦੀ ਚੜ੍ਹਦੀ ਕਲਾ ਲਈ ਆਪਣੇ ਪ੍ਰਾਣ ਜੰਗ ਵਿੱਚ ਦੇ ਦਿੰਦਾ ਹੈ, ਦਾਅ ਤੇ ਲਾ ਦਿੰਦਾ ਹੈ। ਦੋਨੋਂ ਲੋਕਨ ਸੁਜਸ ਮਹਾਨ। ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਅੱਜ ਬਹੁਤ ਸਵਾਈਆਂ ਸੰਗਤਾਂ ਨੇ ਨਾ, ਇਹ ਲੋਕਡਾਊਨ ਕਰਕੇ ਜਿਹੜੇ ਚਾਰ ਸਰੀਰ ਆਏ ਨੇ ਉਹ ਵੀ ਦੂਰ ਦੂਰ ਬੈਠੇ ਨੇ। ਇਸ ਤਰ੍ਹਾਂ ਹੀ ਬੈਠਣਾ ਚਾਹੀਦਾ ਜਿਵੇਂ ਤੁਸੀਂ ਬੈਠੇ ਹੋ ਨਾ, ਖੁੱਲੇ ਖੁੱਲੇ ਹੋ ਕੇ। ਜਿਹੜਾ ਸੋਸ਼ਲ ਡਿਸਟੈਂਸ਼ਨ ਹੈ ਉਹ ਬਣਿਆ ਰਹੇ। ਮੈਂ ਅਰਜ਼ ਕਰਨਾ ਚਾਹੁੰਦਾ, ਤੇ ਮੈਂ ਧੰਨ ਗੁਰੂ ਅਰਜਨ ਦੇਵ ਜੀ ਕਿਹਾ ਤੇ ਆਵਾਜ਼ ਥੋੜੀ ਜਿਹੀ ਆਈ, ਪਰ ਫਿਕਰ ਦੀ ਕੋਈ ਗੱਲ ਨਹੀਂ ਹੈ। ਥੋੜੇ ਸਮੇਂ ਬਾਅਦ ਇਹ ਬੇਰੌਣਕੀਆਂ ਸੰਸਾਰ ਚੋਂ ਖਤਮ ਹੋ ਜਾਣੀਆਂ ਨੇ, ਤੇ ਫਿਰ ਗੱਜ ਵੱਜ ਕੇ ਨਗਾਰੇ ਤੇ ਜਕਾਰੇ ਫਿਰ ਗੂੰਜਣ ਲੱਗ ਪੈਣੇ। ਆਪਣੇ ਘਰਾਂ ਵਿੱਚ ਸੰਗਤਾਂ ਜੈਕਾਰੇ ਬੁਲਾ ਰਹੀਆਂ ਨੇ, ਘਰਾਂ ਵਿੱਚ ਸੰਗਤਾਂ ਮਹਾਰਾਜ ਜੀ ਦੇ ਬੋਲ ਸੁਣਦੀਆਂ ਪਈਆਂ ਨੇ। ਸਾਹਿਬ ਕਹਿਣ ਲੱਗੇ ਜਿਹੜਾ ਆਪਣੇ ਸੁਆਮੀ ਦੇ ਕੰਮ ਆ ਕੇ ਉਹਦੇ ਵਾਸਤੇ ਉਹਦੇ ਹਿੱਤ 'ਚ ਪ੍ਰਾਣ ਦੇ ਦਿੰਦਾ, ਦੋਵਾਂ ਲੋਕਾਂ ਵਿੱਚ ਉਹਦਾ ਵੱਡਾ ਜਸ ਹੋ ਜਾਂਦਾ। ਲੋਕ ਪਰਲੋਕ ਵਿੱਚ ਉਸ ਦੇ ਜਸ ਦਾ ਨਗਾਰਾ ਵੱਜਦਾ ਹੈ। ਪਰਮੇਸ਼ਰ ਕੇ ਸਿਮਰਨ ਤਰੇ। ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਹਿਰਦੇ 'ਚ ਧਰਦਾ, ਯਾਦ ਕਰਦਾ ਹੈ। ਵਿਜੈ ਲਹੇ ਮੁਖ ਉਜਲ ਕਰੋ। ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਕਰਦੇ ਰਹੋ, ਤੇ ਜੰਗ ਦੇ ਮੈਦਾਨ ਵਿੱਚ ਵੀ ਤੇ ਜੀਵਨ ਦੇ ਮੈਦਾਨ ਵਿੱਚ, ਜੀਵਨ ਦੇ ਰਣ ਖੇਤਰ ਵਿੱਚ ਵੀ ਵਿਜੇ ਪ੍ਰਾਪਤ ਕਰ ਲਵੋਗੇ। ਸੁਣ ਸਿੱਖਿਆ ਤੈਸੇ ਉਰ ਧਾਰੀ। ਉਸ ਨੇ ਸਤ ਬਚਨ ਕਿਹਾ, ਭਾਈ ਆਡਿਟ ਸੋਏ ਨਹੀਂ ਨੇ। ਮਹਾਰਾਜ ਦੇ ਚਰਨ ਚੁੰਮ ਲਏ, ਕਦਮਾਂ ਨੂੰ ਗਲਵੱਕੜੀ ਕਰ ਲਈ, ਤੇ ਕਦਮਾਂ ਨੂੰ ਗਲਵੱਕੜੀ ਕਰਦਿਆਂ ਹੋਇਆਂ ਉਸ ਦੇ ਨੇਤਰਾਂ 'ਚ ਮੋਟੇ ਮੋਟੇ ਆਂਸੂ ਵੀ ਆ ਗਏ, ਤੇ ਆਖਿਆ ਸੱਚੇ ਪਾਤਸ਼ਾਹ ਮੈਂ ਤੁਹਾਡਾ ਬਚਨ ਮੰਨ ਲਿਆ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਮੈਂ ਤੁਹਾਡੇ ਬਚਨ ਤੋਂ ਹੁਣ ਬਾਹਰ ਨਾ ਜਾਵਾਂ, ਮੈਂ ਤੁਹਾਡੇ ਬਚਨਾਂ ਅਨੁਸਾਰ ਚੱਲ ਸਕਾਂ। ਸੇਵਾ ਲੱਗ ਗਿਆ। ਲਾਗਿਓ ਗੁਰ ਕੀ ਸੇਵ ਮਝਾਰੀ। ਬਸ ਫਿਰ ਭਾਵੇਂ ਜੰਗ ਵਿੱਚ ਹੋਵੇ, ਭਾਵੇਂ ਦੁਕਾਨ ਵਿੱਚ ਹੋਵੇ, ਭਾਵੇਂ ਖੇਤਾਂ 'ਚ ਹੋਵੇ, ਭਾਵੇਂ ਕਿਤੇ ਨੌਕਰੀ ਕਰ ਰਿਹਾ ਹੋਵੇ, ਜੇ ਪ੍ਰਭੂ ਦੀ ਯਾਦ ਹਿਰਦੇ ਵਿੱਚ ਹੈ, ਇਹ ਨੁਕਤਾ ਸਮਝਣ ਦਾ ਯਤਨ ਕਰ। ਜੇ ਵਾਹਿਗੁਰੂ ਜੀ ਦੀ ਯਾਦ ਹਿਰਦੇ ਵਿੱਚ ਹੈ, ਤੇ ਫਿਰ ਉਹ ਹਰ ਕਾਰੋਬਾਰ ਪਰਮਾਤਮਾ ਦੀ ਸੇਵਾ ਹੀ ਹੈਗਾ, ਉਸ ਨੂੰ ਸੇਵਾ ਹੀ ਆਖਿਆ ਜਾਵੇਗਾ। ਹਾਂਜੀ। ਲਾਲਾ ਸੇਠੀ ਚੂਹੜ ਸਾਈ। ਇਹ ਚਾਰ ਸਿੱਖ ਨੇ, ਇੱਕ ਦਾ ਨਾਮ ਭਾਈ ਲਾਲਾ ਹੈ, ਇਹ ਸੇਠੀ ਪਰਿਵਾਰ ਚੋਂ ਹੈ, ਇੱਕ ਭਾਈ ਚੂਹੜ ਹੈ, ਇੱਕ ਭਾਈ ਸਾਈਂ ਹੈ, ਤੇ ਚੌਥਾ ਹੈ ਸੰਗ ਨਿਹਾਲੂ ਗੁਰਮਤਿ ਪਾਈ। ਇਹ ਚੌਥਾ ਇਹਨਾਂ ਦੇ ਨਾਲ ਭਾਈ ਨਿਹਾਲੂ ਹੈ। ਇੱਕ ਉਸ ਸਮੇਂ ਪਟਨਾ ਸਾਹਿਬ ਦੇ ਵੀ ਦੋ ਸਿੱਖ ਹੋਏ, ਪਟਨਾ ਨਗਰ ਦੇ, ਜਿਨ੍ਹਾਂ ਦਾ ਨਾਮ, ਇੱਕ ਦਾ ਨਾਮ ਨਿਵੱਲਾ ਸੀ ਤੇ ਇੱਕ ਦਾ ਨਾਮ ਨਿਹਾਲੂ ਸੀ। ਹੋ ਸਕਦਾ ਹੈ ਉਹ ਹੋਵੇ ਭਾਈ ਨਿਹਾਲੂ। ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਕਰਦਾ ਸੀ ਪਟਨਾ ਸਾਹਿਬ ਵਾਲਾ। ਦੋ ਭਰਾ ਸਨ, ਭਾਈ ਨਿਵੱਲਾ ਤੇ ਭਾਈ ਨਿਹਾਲੂ। ਮਹਾਰਾਜ ਦੀਆਂ ਸੰਗਤਾਂ ਨੂੰ ਜੋੜਦੇ ਸੀ। ਇਸ ਇਲਾਕੇ 'ਚ ਬਹੁਤ ਪੁਰਾਤਨ ਸਿੱਖੀ ਹੈ, ਇਹ ਨਾ ਸਮਝਣਾ ਵੀ ਹੁਣੇ ਅਸੀਂ ਆਏ। ਐ ਸਾਸਾ ਰਾਮ, ਭਾਈ ਫੱਗੋ ਜੀ, ਉਹਨਾਂ ਵਰਗਾ ਕੌਣ ਹੋਰ ਹੋ ਸਕਦਾ। ਐਸੇ ਤਰ੍ਹਾਂ ਹੋਰ ਗੁਰਸਿੱਖ ਜਿਨ੍ਹਾਂ ਕੋਲ ਮਹਾਰਾਜ ਆਏ। ਗੁਰੂ ਨਾਨਕ ਨੇ ਅੱਜ ਦੇ ਘਰ ਬੈਠੇ ਹੋ ਭਾਈ ਸਾਲਸ ਰਾਏ ਜੌਹਰੀ ਮਹਾਰਾਜ ਦਾ ਸਿੱਖ, ਭਾਈ ਜੈਤਮਲ ਬਾਬਾ ਸੇਠ ਜੈਤਾ ਜਿਹਨੂੰ ਕਹਿੰਦੇ ਗਾਏ ਘਾਟ ਵਾਲਾ, ਉਹ ਮਹਾਰਾਜ ਦਾ ਸਿੱਖ। ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਸੁਨਿਆਰੇ ਪਰਿਵਾਰ ਮਹਾਰਾਜ ਦਾ ਸਿੱਖ, ਭਾਈ ਮੁਰਲੀਧਰ ਮਹਾਰਾਜ ਦਾ ਸਿੱਖ, ਭਾਈ ਅਦਰੱਕਾ ਮਹਾਰਾਜ ਦਾ ਸਿੱਖ। ਗਿਣੇ ਜਾਂਦੇ ਨੇ ਕਿਤੇ,
ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ। ਇਹ ਇਲਾਕਾ ਪੁਰਾਤਨ ਸਮੇਂ ਰਾਜਾ ਰਤਨ ਰਾਏ ਪੂਰਬ ਦਾ ਆਸਾਮ ਦਾ ਸਿੱਖ, ਇਹ ਇਲਾਕਾ ਸਿੱਖੀ ਨਾਲ ਸਰਸਬਜ਼ ਰਿਹਾ। ਅੱਜ ਵੀ ਤੁਹਾਨੂੰ ਇੱਧਰ ਕਟਿਹਾਰ ਕਿਸ਼ਨਗੰਜ ਆਦਿਕ ਇਲਾਕਿਆਂ ਵਿੱਚ ਉਹ ਪੁਰਾਤਨ ਸਿੱਖ ਮਿਲਣਗੇ ਜਿਨ੍ਹਾਂ ਦੀ ਬੋਲੀ ਭਾਵੇਂ ਪੰਜਾਬੀ ਨਹੀਂ ਹੈਗੀ, ਬੋਲਦੇ ਹਿੰਦੀ। ਆਪਣੇ ਇਲਾਕੇ ਦੀ ਬੋਲੀ ਲక్ష్ਮੀਪੁਰੀ ਬੋਲਦੇ, ਪਰ ਹੈ ਸਿੱਖ ਨੇ। ਮਜ਼ਾਲ ਹੈ ਕੋਈ ਉਹਨਾਂ 'ਚੋਂ ਤੰਬਾਕੂ ਦਾ ਸੇਵਨ ਕਰ ਲਵੇ, ਮਜ਼ਾਲ ਹੈ ਕੋਈ ਉਹਨਾਂ 'ਚੋਂ ਕੇਸਾਂ ਦੀ ਬੇਅਦਬੀ ਕਰ ਲਵੇ, ਮਜ਼ਾਲ ਹੈ ਕੋਈ ਉਹਨਾਂ 'ਚੋਂ ਕਿਸੇ ਜੰਤਰ ਮੰਤਰ ਵਾਲੇ ਕੋਲ ਚਲਾ ਜਾਏ। ਹੋਰ ਕਿਧਰੇ ਨਹੀਂ ਜਾਂਦੇ। ਯੂਪੀ ਵਿੱਚ ਵੀ ਬੜੇ ਨੇ, ਮੁਰਾਦਾਬਾਦ, ਅਮਰੋਹਾ, ਜੋਇਆ, ਗਜਰੌਲਾ, ਪੁਰਾਤਨ ਸਿੱਖ ਹਸਤਰ ਵਿੱਚ ਬੜੇ ਨੇ। ਜਗ੍ਹਾ ਜਗ੍ਹਾ ਤੁਹਾਨੂੰ ਮਿਲ ਜਾਣਗੇ। ਇਹ ਪੁਰਾਤਨ ਸਿੱਖੀ ਅਸੀਂ ਕਿਸੇ ਹੱਦ ਤੱਕ ਆਪਣੇ ਤੋਂ ਦੂਰ ਕਰ ਛੱਡੀ, ਇਹਨਾਂ ਨੂੰ ਨੇੜੇ ਕਰਨ ਦਾ ਉਪਰਾਲਾ ਕਰਨਾ ਚਾਹੀਦਾ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹ ਨਿਵਾਜੇ ਹੋਏ ਸਿੱਖ ਨੇ ਮਹਾਰਾਜ ਦੇ। ਇਹ ਵੱਖ-ਵੱਖ ਇਲਾਕਿਆਂ 'ਚੋਂ ਆਏ ਨੇ। ਇਸ ਤਰ੍ਹਾਂ ਭਾਈ ਲਾਲਾ ਸੇਠੀ, ਭਾਈ ਚੂਹੜ, ਭਾਈ ਸਾਈਂ ਤੇ ਭਾਈ ਨਿਹਾਲੂ, ਜਿਨ੍ਹਾਂ ਨੇ ਗੁਰਮਤ ਪ੍ਰਾਪਤ ਕੀਤੀ ਹੋਈ ਹੈ। ਹਾਂਜੀ, ਲਿਵ ਲਗਾਏ ਕਰ ਸਬਦ ਸੁਗਾਵੈ। ਉਹ ਬੜੇ ਧਿਆਨ ਨਾਲ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਕਰਦੇ ਨੇ, ਸ਼ਬਦ ਗਾਉਂਦੇ ਹਨ। ਇੱਕ ਮਨ ਹੋਏ ਕਰ ਅਰਥ ਸੁਣਾਵੈ। ਤੇ ਬੜੀ ਇਕਾਗਰਤਾ ਨਾਲ ਅਰਥ ਵੀ ਸੁਣਾਉਂਦੇ ਹਨ, ਸੰਗਤਾਂ ਨੂੰ ਜੋੜਦੇ ਹਨ। ਕਰਹਿ ਵਿਚਾਰ ਮਿਰਧੁਲ ਮਨ ਹੋਏ। ਔਰ ਇਸ ਤਰ੍ਹਾਂ ਦੇ ਨਾਲ ਕਰਹਿ ਵਿਚਾਰ ਮ੍ਰਿਦੁਲ, ਬੜੇ ਕੋਮਲ ਸ਼ਬਦਾਂ ਵਿੱਚ, ਬੜੇ ਸੌਫਟ ਵਰਡਿੰਗ ਵਿੱਚ, ਬੜੀ ਮਿਠਾਸ ਨਾਲ ਮਹਾਰਾਜ ਦੇ ਬੋਲ ਸੁਣਾਉਂਦੇ ਹਨ। ਪ੍ਰਭ ਕੋ ਰਾਖ ਹਿਰਦੈ ਪਰੋਏ। ਔਰ ਇਸ ਢੰਗ ਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਦੀ ਯਾਦ ਨੂੰ, ਗੁਰੂ ਦੀ ਯਾਦ ਨੂੰ ਹਿਰਦੇ ਵਿੱਚ ਧਾਰਨ ਕਰੀ ਰੱਖਦੇ। ਜਿਵੇਂ ਮੋਤੀ ਪਰੋਇਆ ਹੁੰਦਾ ਨਾ ਧਾਗੇ 'ਚ, ਇਸ ਤਰ੍ਹਾਂ ਗੁਰੂ ਦੀ ਯਾਦ ਹਿਰਦੇ ਵਿੱਚ ਪਰੋਈ ਰੱਖਦੇ। ਗੁਰੂ ਯਾਦ ਦਾ ਰਤਨ ਹਿਰਦੇ ਰੂਪੀ ਧਾਗੇ ਵਿੱਚ ਪਾਈ ਰੱਖਦੇ, ਸੁਰਤ ਵਿੱਚ ਪਾਈ ਰੱਖਦੇ ਹਨ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਹਰ ਰੋਜ਼ ਅਸੀਂ ਮਿਲ ਕੇ ਸਾਰੇ ਜਾਪ ਕਰਦੇ। ਉਹਨਾਂ ਵਾਸਤੇ ਜਿਨ੍ਹਾਂ ਨੂੰ ਇਹ ਕਰੋਨਾ ਨਾਮ ਦੀ ਲਾਗ ਲੱਗੀ ਹੋਈ, ਮਹਾਰਾਜ ਉਹਨਾਂ ਦੇ ਪ੍ਰਾਣਾਂ ਦੀ ਰਾਖੀ ਕਰੇ। ਜੋ ਚਲੇ ਗਏ ਨੇ ਉਹਨਾਂ ਨੂੰ ਆਪਣੇ ਆਪਣੇ ਅਕੀਦੇ ਅਨੁਸਾਰ ਨਿਵਾਸ ਪ੍ਰਭੂ ਚਰਨਾਂ ਵਿੱਚ ਪ੍ਰਾਪਤ ਹੋਵੇ ਤੇ ਸੰਸਾਰ ਦੀ ਰਾਖੀ ਹੋਵੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਜਿੱਥੇ ਦਾਸ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਸਵੇਰੇ ਵੀ ਵਧਾਈ ਸੰਗਤਾਂ ਨੂੰ ਦਿੱਤੀ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ 516 ਸਾਲਾ ਪ੍ਰਕਾਸ਼ ਦਿਵਸ ਦੀਆਂ ਕੋਟਾਨ ਕੋਟ ਮੁਬਾਰਕਾਂ ਸਾਰੇ ਸਿੱਖ ਹਿਰਦਿਆਂ ਨੂੰ ਪੇਸ਼ ਕਰਦਾ। ਉਹਦੇ ਨਾਲ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਸ ਮਹਾਮਾਰੀ ਤੋਂ ਜਗਤ ਦੀ ਰਾਖੀ ਹੋ ਜਾਏ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਆਓ ਸਾਰੇ ਮਿਲ ਕੇ 2 ਮਿੰਟ ਮਹਾਮੰਤਰ ਗੁਰਮੰਤਰ ਦਾ ਜਾਪ ਕਰੀਏ। ਇੱਕ ਪਾਸੇ ਦਾਸ, ਇੱਕ ਪਾਸੇ ਆਪ ਸਾਰੇ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਦਰੇ